ਤੀਜਾ ਤਿਸ ਜਨ ਸ਼ਾਂਤ ਸਦਾ ਮਤ ਨਿਚਲ, ਜਿਸ ਕਾ ਅਭਿਮਾਨ ਗਵਾਏ। ਸੋ ਜਨ ਨਿਰਮਲ ਜੇ ਗੁਰਮੁਖ ਬੂਝੈ, ਹਰ ਚਰਣੀ ਚਿਤ ਲਾਏ। ਹਰ ਚੇਤ ਅਚੇਤ ਮਨਾ, ਜੋ ਇੱਛੈ ਸੋ ਫਲ ਹੋਈ। ਗੁਰ ਪ੍ਰਸਾਦੀ ਹਰ ਰਸ ਪਾਵੈ, ਪੀਵਤ ਰਹੇ ਸਦਾ ਸੁਖ ਹੋਈ। ਰਹਾਉ ਸਤਿਗੁਰ ਭੇਟੇ, ਤਾਂ ਪਾਰਸ ਹੋਵੈ। ਪਾਰਸ ਹੋਏ ਤਾਂ ਪੂਜ ਕਰਾਏ। ਜੋ ਉਸ ਪੂਜੇ ਸੋ ਫਲ ਪਾਏ। ਦਿਖਿਆ ਦੇਵੈ ਸਾਚ ਬੁਝਾਏ। ਵਿਣ ਪਾਰਸੈ ਪੂਜ ਨ ਹੋਵਈ, ਵਿਣ ਮਨ ਪਰਚੇ ਅਵਰਾਂ ਸਮਝਾਏ। ਗੁਰੂ ਸਦਾਏ ਅਗਿਆਨੀ ਅੰਧਾ, ਕਿਸ ਉਹ ਮਾਰਗ ਪਾਏ। ਨਾਨਕ ਵਿਣ ਨਦਰੀ ਕਿਛੂ ਨ ਪਾਈਐ, ਜਿਸ ਨਦਰ ਕਰੇ ਸੋ ਪਾਏ। ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਬੜੇ ਸਰਲ ਅਤੇ ਸਪਸ਼ਟ ਸ਼ਬਦਾਂ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਜੀਵਨ ਵਿੱਚ ਆਈ ਤਬਦੀਲੀ ਦਾ ਵਰਣਨ ਕਰਦੇ ਹਨ ਤੇ ਸਾਨੂੰ ਜਾਚ ਸਿਖਾਉਂਦੇ ਹਨ। ਕਿਉਂਕਿ ਸੱਚਮੁੱਚ ਜਿਸ ਨੇ ਆਪ ਪ੍ਰਾਪਤੀ ਕਰ ਲਈ ਹੋਵੇ, ਉਹ ਹੀ ਦੂਜਿਆਂ ਨੂੰ ਮਾਰਗਦਰਸ਼ਨ ਕਰ ਸਕਦਾ, ਔਰ ਉਸ ਦੇ ਕੀਤੇ ਹੋਏ ਉਪਦੇਸ਼ ਵਿੱਚ ਵੀ ਬੜੀ ਸ਼ਕਤੀ ਹੁੰਦੀ ਹੈ, ਕਿਉਂਕਿ ਉਹਨਾਂ ਦਾ ਆਪਣਾ ਅਨੁਭਵ, ਆਪਣਾ ਤਜਰਬਾ ਜੋ ਹੈ ਉਹ ਵੀ ਨਾਲ ਹੁੰਦਾ। ਇਸੇ ਲਈ ਬਾਣੀ 'ਚ ਫਰਮਾਇਆ, ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਝਾਵੈ। ਆਖਿਆ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਪ੍ਰਬੋਧਨਾ ਕਰੇ, ਸਮਝਾਉਣਾ ਕਰੇ, ਉਪਦੇਸ਼ ਕਰਨਾ ਕਰੇ, ਤੇ ਜਿਹੜਾ ਆਪਣੇ ਮਨ ਨੂੰ ਉਪਦੇਸ਼ ਕਰਦਾ ਹੈ, ਸਵਾਰਦਾ ਹੈ, ਉਹ ਫਿਰ ਦੂਜਿਆਂ ਨੂੰ ਵੀ ਪ੍ਰੇਰਨਾ ਕਰਦਾ ਹੈ, ਸਿੱਖਿਆ ਦਿੰਦਾ। ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਫਿਰ ਇਸ ਤੋਂ ਗੱਲ ਸ਼ੁਰੂ ਕਰੀਏ ਕਿ ਸਾਡੇ ਤਨ ਦੇ ਅੰਦਰ ਮਨ ਹੈ, ਪਰ ਬੜੀ ਅਚੰਭੇ ਦੀ ਬਾਤ ਹੈ ਕਿ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਮੋਰਚਾ ਨਾ ਲਾਗੈ ਜਾਂ ਹੋਮੈ ਸੁਖ ਹੈ। ਆਖਿਆ ਇਸ ਤਨ ਦੇ ਅੰਦਰ ਵਸਦੇ ਮਨ ਨੂੰ ਕੋਈ ਗੁਰਮੁਖ ਦੇਖਦਾ। ਗੁਰਮੁਖ ਦਾ ਮਤਲਬ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ, ਉਹ ਫਿਰ ਆਪਣੇ ਮਨ ਨਾਲ ਗੱਲਾਂ ਕਰਦਾ, ਉਹ ਆਪਣੇ ਮਨ ਨੂੰ ਸਵਾਰਦਾ, ਉਹ ਆਪਣੇ ਮਨ ਨੂੰ ਉਪਦੇਸ਼ ਦਿੰਦਾ। ਤੇ ਜਿਹੜਾ ਇਸ ਤਰੀਕੇ ਨਾਲ ਚੱਲਦਾ, ਮੋਰਚਾ ਨਾ ਲਾਗੈ ਜਾਂ ਹਉਮੈ ਸੁਖ ਹੈ, ਉਹ ਆਪਣੇ ਅੰਦਰੋਂ ਹਉਮੈ ਨੂੰ ਸੁਕਾ ਲੈਂਦਾ ਤੇ ਉਸ ਨੂੰ ਫਿਰ ਵਿਕਾਰਾਂ ਦਾ ਜੰਗਾਲ ਨਹੀਂ ਲੱਗਦਾ। ਮੋਰਚਾ ਸ਼ਬਦ ਬਾਰੇ ਦਾਸ ਨੇ ਕਈ ਵਾਰ ਵਿਚਾਰ ਕੀਤੀ ਹੈ ਕਿ ਜਿਵੇਂ ਕਿਸੇ ਲੋਹੇ ਦੇ ਬਰਤਨ ਨੂੰ ਜੰਗਾਲ ਲੱਗ ਜਾਏ ਤੇ ਉਹ ਜੰਗਾਲ ਫਿਰ ਉਹਦੇ ਵਿੱਚ ਮੋਰੀਆਂ ਕਰ ਦਿੰਦਾ।
ਉਹਨੂੰ ਮੋਰਚਾ ਕਹਿੰਦੇ ਹਨ। ਉਹ ਤਾਂ ਮੋਰਚੇ ਦੇ ਕਈ ਅਰਥ ਨੇ। ਕਹਿਣ ਦਾ ਮਤਲਬ ਇਸੇ ਤਰ੍ਹਾਂ ਮਨ ਵਿੱਚ ਵੀ ਮੋਰਚੇ ਲੱਗ ਜਾਂਦੇ। ਤੋ ਜਿਹੜਾ ਗੁਰੂ ਦੀ ਸਿੱਖਿਆ ਨੂੰ ਸੁਣਦਾ ਤੇ ਮੰਨਦਾ ਹੈ, ਇਸ ਲਈ ਗੁਰੂ ਅਮਰਦਾਸ ਜੀ ਨੇ ਕਿਹਾ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਮੋਰਚਾ ਨਾ ਲਾਗੈ ਜਾਹੋ ਮੈਂ ਸੁਖ ਹੈ। ਜਦੋਂ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਂਦਾ ਹੈ, ਉਹਦੇ ਅੰਦਰੋਂ ਹਉਮੈ ਸੁੱਕ ਜਾਂਦੀ ਹੈ, ਮੁੱਕ ਜਾਂਦੀ ਹੈ। ਫਿਰ ਉਸ ਨੂੰ ਵਿਸ਼ੇ ਵਿਕਾਰਾਂ ਤੇ ਭੈੜੇ ਵਿਚਾਰਾਂ ਦੇ ਮੋਰਚੇ ਨਹੀਂ ਲੱਗਦੇ। ਸੱਚਮੁੱਚ ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਇੱਥੇ ਵੀ ਸਮਝਾਉਂਦੇ ਨੇ, ਹਰ ਚੇਤ ਅਚੇਤ ਮਨਾ। ਦੇਖੋ, ਪਾਠ ਕਰਦੇ ਸਮੇਂ ਵਿਸਰਾਮ ਦਾ ਸਮਝਣਾ ਬਹੁਤ ਜ਼ਰੂਰੀ। ਪਹਿਲੇ ਹਰ ਚੇਤ ਤੇ ਰੁਕਣਾ ਹੈ, ਅਚੇਤ ਮਨਾ ਨੂੰ ਸੰਬੋਧਨ ਕਰਨਾ। ਹੇ ਮੇਰੇ ਗਾਫਲ ਮਨ, ਤੂੰ ਹਰੀ ਪਰਮਾਤਮਾ ਨੂੰ ਚੇਤਿਆ ਕਰ। ਚੇਤ ਦੇ ਤੱਤੇ ਨੂੰ ਸਿਹਾਰੀ ਹੈ, ਯਾਦ ਕਰਿਆ ਕਰ, ਸਿਮਰਿਆ ਕਰ। ਹਰ ਚੇਤ ਅਚੇਤ ਮਨਾ। ਮਨ ਪੁੱਛਦਾ ਜੀ ਫਿਰ ਕੀ ਹੋਵੇਗਾ? ਜੋ ਇੱਛਾ ਸੋ ਫਲ ਹੋਈ। ਆਖਿਆ ਜੇ ਤੂੰ ਵਾਹਿਗੁਰੂ ਦਾ ਸਿਮਰਨ ਕਰੇਗਾ ਤੇ ਵਾਹਿਗੁਰੂ ਨਾਲ ਤੇਰੀ ਸਾਂਝ ਬਣ ਜਾਏਗੀ, ਫਿਰ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਹੋ ਜਾਏਗਾ। ਜੋ ਇੱਛਾ ਸੋ ਫਲ ਹੋਈ। ਦੇਖੋ, ਵਿਅਕਤੀ ਕਿੱਡਾ ਵੱਡਾ ਹੋਵੇ, ਉਹ ਕੁਝ ਦੇ ਸਕਦਾ, ਕੁਝ ਨਹੀਂ ਦੇ ਸਕਦਾ। ਉਹ ਸਭ ਕੁਝ ਨਹੀਂ ਦੇਣ ਦੀ ਸਮਰੱਥਾ ਰੱਖਦਾ, ਪਰ ਜਿਹੜਾ ਪਰਮਾਤਮਾ ਹੈ ਉਹ ਸਭ ਕੁਝ ਦੇਣ ਦੀ ਸਮਰੱਥਾ ਰੱਖਦਾ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਤੋਂ ਪਾਵੇ। ਲਓ, ਰਹਾਉ ਦੀ ਪੰਕਤੀ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤਰੀਕਾ ਵੀ ਦੱਸਦੇ ਨੇ ਔਰ ਸਾਰੀ ਗੱਲ ਸਮਝਾਉਂਦੇ ਨੇ ਕਿ ਆਪਣੇ ਆਪਣੇ ਮਨ ਨੂੰ ਸਮਝਾਓ। ਹਰ ਚੇਤ ਅਚੇਤ ਮਨਾ, ਜੋ ਇੱਛਾ ਸੋ ਫਲ ਹੋਈ। ਬਸ ਫਿਰ ਤੂੰ ਜੋ ਇੱਛਾ ਕਰੇਗਾ ਉਹੀ ਫਲ ਤੈਨੂੰ ਪ੍ਰਾਪਤ ਹੋਵੇਗਾ। ਗੁਰ ਪ੍ਰਸਾਦੀ ਹਰ ਰਸ ਪਾਵੇਂ, ਪੀਵਤ ਰਹੇ ਸਦਾ ਸੁਖ ਹੋਈ। ਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਇਹ ਹਰੀ ਦਾ ਰਸ ਪਾਵੇਂ ਪ੍ਰਾਪਤ ਹੋਵੇਗਾ। ਤੇ ਜੇ ਤੂੰ ਨਿਰੰਤਰ ਹਰੀ ਦੇ ਨਾਮ ਰਸ ਨੂੰ ਪੀਂਦਾ ਰਹੇਗਾ, ਫਿਰ ਸਦਾ ਸੁਖ ਹੋਈ। ਤੈਨੂੰ ਸਦੀਵੀ ਤੇ ਸੱਚਾ ਸੁਖ ਮਿਲ ਜਾਏ। ਇਹ ਹੈ ਰਹਾਉ ਦੀ ਪੰਕਤੀ। ਫੇਰ ਪੜ੍ਹੀਏ, ਹਰ ਚੇਤ ਅਚੇਤ ਮਨਾ, ਜੋ ਇੱਛਾ ਸੋ ਫਲ ਹੋਈ। ਗੁਰ ਪ੍ਰਸਾਦੀ ਹਰ ਰਸ ਪਾਵੇਂ, ਪੀਵਤ ਰਹੇ ਸਦਾ ਸੁਖ ਹੋਈ। ਰਹਾਉ ਤਿਸ ਜਨ ਸ਼ਾਂਤ ਸਦਾ ਮਤ ਨੇਚਲ, ਜਿਸ ਕਾ ਅਭਿਮਾਨ ਗਵਾਏ। ਹੁਣ ਪਾਤਸ਼ਾਹ ਫਰਮਾਉਂਦੇ ਨੇ, ਤਿਸ ਜਨ, ਉਸ ਗੁਰਮੁਖ ਦਾ ਮਨ ਸ਼ਾਂਤੀ ਵਿੱਚ ਆ ਜਾਏ ਔਰ ਸਦਾ ਮਤ ਨੇਚਲ, ਉਹਦੀ ਮਤ ਜਿਹੜੀ ਹੈ, ਨੇਚਲ ਦਾ ਮਤਲਬ ਹੈ ਟਿਕਾਊ ਹੋ ਜਾਏਗੀ, ਆਤਮਿਕ ਪ੍ਰਾਪਤੀ ਵਿੱਚ ਜੁੜ ਜਾਏ। ਕਿਸ ਦੀ? ਜਿਸ ਕਾ ਅਭਿਮਾਨ ਗਵਾਏ, ਜਿਸ ਦਾ ਅਹੰਕਾਰ ਦੂਰ ਹੋ ਜਾਏਗਾ। ਪਰਮਾਤਮਾ ਦੇ ਸਿਮਰਨ ਵਿੱਚ ਇਹ ਬਰਕਤ ਹੈ ਕਿ ਜਿਹੜਾ ਪਰਮਾਤਮਾ ਦਾ ਸਿਮਰਨ ਕਰੇਗਾ ਉਹਦੇ ਅੰਦਰੋਂ ਅਹੰਕਾਰ ਖਤਮ ਹੋ ਜਾਏ। ਉਹ ਵੱਡੀ ਤੋਂ ਵੱਡੀ ਪਦਵੀ ਪ੍ਰਾਪਤ ਕਰਕੇ ਵੀ ਇਹ ਕਹੇਗਾ ਉਹਦੀ ਕਿਰਪਾ, ਮੇਰੇ ਵਿੱਚ ਕੋਈ ਗੁਣ ਨਹੀਂ, ਇਹ ਸਭ ਪਰਮਾਤਮਾ ਦੀ ਕਿਰਪਾ। ਲਓ, ਇਹ ਇੱਕ ਪ੍ਰਾਪਤੀ ਹੈ, ਪਰ ਹੋਵੇਗੀ ਉਸ ਨੂੰ ਜਿਹੜਾ ਆਪਣੇ ਮਨ ਨੂੰ ਪਰਮਾਤਮਾ ਦੇ ਸਿਮਰਨ ਵਿੱਚ ਜੋੜੇਗਾ। ਤਿਸ ਜਨ ਸ਼ਾਂਤ ਸਦਾ ਮਤ ਨੇਚਲ,
जिसका अभिमान गवाए। जिसके अंदरों परमात्मा कृपा करके अहंकार गवा देगा, ਉਸ ਦੀ ਮਤ ਨਿਚਲ ਹੋ ਜਾਏਗੀ। ਨਿਚਲ ਦਾ ਮਤਲਬ ਹੈ ਜਿਹੜੀ ਕਦੇ ਚਲਾਏਮਾਨ ਨਾ ਹੋਵੇ, ਜਿਹੜੀ ਟਿਕਾਊ ਹੋ ਜਾਏ। ਜਿਹੜਾ ਬੰਦਾ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਲੱਗ ਪਏ, ਉਹਦੇ ਅੰਦਰ ਸ਼ਾਂਤੀ ਆ ਜਾਏ। ਤਿਸ ਜਨ ਸ਼ਾਂਤ ਸਦਾ ਮਤ ਨਿਚਲ, ਜਿਸ ਕਾ ਅਭਿਮਾਨ ਗਵਾਏ। सो जन निर्मल जे गुरमुख बूझै, हर चरणी चित लाए। ਜਿਉਂ ਜਿਉਂ ਲੜੀਵਾਰ ਸ਼ਬਦ ਦੀ ਇੱਕ ਇੱਕ ਪੰਕਤੀ ਨੂੰ ਜੋੜ ਕੇ ਪੜਾਂਗੇ, ਗੱਲ ਬਣਦੀ ਚਲੀ ਜਾਏਗੀ। ਆਖਿਆ ਉਹ ਜਨ, ਉਹ ਗੁਰਮੁਖ ਨਿਰਮਲ ਹੋ ਜਾਏ, ਉਹਦੇ ਵਿਚਾਰ, ਉਹਦੇ ਕਰਮ ਨਿਰਮਲ ਹੋ ਜਾਣਗੇ। ਕਿਸ ਦੇ? ਜੇ ਗੁਰਮੁਖ ਬੂਝੈ, ਜਿਹੜਾ ਗੁਰੂ ਦੇ ਉਪਦੇਸ਼ ਦੁਆਰਾ ਇਸ ਗੱਲ ਨੂੰ ਬੁੱਝ ਲਏਗਾ। ਔਰ ਹਰ ਚਰਣੀ ਚਿਤ ਲਾਏ, ਹਰੀ ਦੇ ਚਰਨਾਂ ਵਿੱਚ ਆਪਣਾ ਚਿਤ ਲਾਏ। ਇਸ ਲਈ ਮਹਾਰਾਜ ਕਹਿੰਦੇ ਨੇ ਹਰ ਵੇਲੇ ਆਪਣੇ ਮਨ ਨੂੰ ਸਮਝਾਓ। ਹਰ ਚੇਤ ਅਚੇਤ ਮਨਾ, ਜੋ ਇੱਛੈ ਸੋ ਫਲ ਹੋਈ। ਗੁਰ ਪ੍ਰਸਾਦੀ ਹਰ ਰਸ ਪਾਵੈ, ਪੀਵਤ ਰਹੇ ਸਦਾ ਸੁਖ ਹੋਈ। ਇਸੇ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਫਰਮਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਚਲੇ ਨਾਹੀ ਤੇਰੇ ਨਾਲੇ। ਸਾਥ ਤੇਰੇ ਚੱਲੇ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। तो गुरु के शब्द राਹੀਂ ਅਸੀਂ ਵੀ ਇਸੇ ਤਰ੍ਹਾਂ ਆਪਣੇ ਮਨ ਨੂੰ ਸਮਝਾਈਏ। ਹਰ ਚੇਤ ਅਚੇਤ ਮਨਾ, ਜੋ ਇੱਛੈ ਸੋ ਫਲ ਹੋਈ। ਗੁਰ ਪ੍ਰਸਾਦੀ ਹਰ ਰਸ ਪਾਵੈ, ਪੀਵਤ ਰਹੇ ਸਦਾ ਸੁਖ ਹੋਈ। ਰਹਾਉ ਸਤਿਗੁਰ ਭੇਟੇ, ਤਾਂ ਪਾਰਸ ਹੋਵੇ। ਪਾਰਸ ਸ਼ਬਦ ਅਕਸਰ ਤੁਸੀਂ ਸਭ ਨੇ ਸੁਣਿਆ ਹੋਇਆ। ਪਾਰਸ ਇੱਕ ਐਸੀ ਬੱਟੀ ਹੈ, ਕੈਸੀ ਪੱਥਰੀ, ਜਿਹਦੇ ਨਾਲ ਛੂ ਕੇ 8 ਧਾਤੂਆਂ ਸੋਨਾ ਬਣ ਜਾਂਦੇ। ਤੋ ਇਹ ਪਾਰਸ ਇੱਕ ਤਸ਼ਬੀਹ ਦਿੱਤੀ ਹੈ। ਆਖਿਆ ਜੇ ਤੂੰ ਗੁਰੂ ਨਾਲ ਭੇਟ ਕਰੇਗਾ, ਗੁਰੂ ਦੀ ਸੰਗਤ ਵਿੱਚ ਆਏਗਾ, ਗੁਰੂ ਦੇ ਦੱਸੇ ਰਾਹ ਤੇ ਚੱਲੇਗਾ, ਤਾਂ ਤੇਰਾ ਜੀਵਨ ਪਾਰਸ ਵਰਗਾ ਹੋ ਜਾਏ। ਸਤਿਗੁਰ ਭੇਟੇ ਤਾਂ ਪਾਰਸ ਹੋਵੇ। ਪਾਰਸ ਹੋਏ ਤਾਂ ਪੂਜ ਕਰਾਏ। ਤੇ ਜਿਹੜਾ ਪਾਰਸ ਬਣ ਜਾਏਗਾ, ਉਹਦੀ ਫਿਰ ਪੂਜਾ ਹੋਵੇ। ਦੇਖੋ ਗੁਰੂ ਘਰ ਦੇ ਅੰਦਰ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣੇ। ਆਏ ਤਾਂ ਉਹ ਸੇਵਕ ਦੇ ਰੂਪ ਵਿੱਚ ਸਨ। ਸੇਵਾ ਕਰਦਿਆਂ ਕਰਦਿਆਂ ਪਾਰਸ ਬਣ ਗਏ। ਤੇ ਜਦੋਂ ਪਾਰਸ ਬਣ ਕੇ ਉਹਨਾਂ ਨੇ ਹੋਰਨਾਂ ਲੋਕਾਂ ਦਾ ਜੀਵਨ ਵੀ ਸਵਾਰਿਆ, ਤਾਂ ਇਹ ਤਬਦੀਲੀ ਸੀ। ਕੱਚ ਤੋਂ ਕੰਚਨ ਬਣਾ ਦਿੱਤਾ ਤੇ ਹੁਣ ਉਹਨਾਂ ਦੀ ਪੂਜਾ ਹੋ ਰਹੀ। ਕੋਈ ਵੀ ਇਸ ਤਜਰਬੇ ਤੋਂ ਫਾਇਦਾ ਉਠਾ ਸਕਦਾ। ਫਿਰ ਧੰਨ ਗੁਰੂ ਅਮਰਦਾਸ ਜੀ ਦਾ ਆਪਣਾ ਜੀਵਨ ਵੇਖੋ। ਜੋ ਕਹਿ ਰਹੇ ਨੇ ਉਹ ਪੱਥਰ ਤੇ ਲੀਕ 16 ਆਨੇ ਠੀਕ ਹੈ। ਸਤਿਗੁਰ ਭੇਟੇ ਤਾਂ ਪਾਰਸ ਹੋਵੇ।
ਪਾਰਸ ਹੋਏ ਤਾਂ ਪੂਜ ਕਰਾਏ। ਤੇ ਜਿਸ ਭਾਗਸ਼ਾਲੀ ਮਨੁੱਖ ਦਾ ਜੀਵਨ ਪਾਰਸ ਬਣ ਜਾਏਗਾ, ਉਹਦੀ ਪੂਜਾ ਹੋਣੀ ਕੁਦਰਤੀ ਗੱਲ ਹੈ, ਉਹਦਾ ਮਾਨ ਸਨਮਾਨ ਹੋਣਾ ਕੁਦਰਤੀ ਗੱਲ ਹੈ। ਉਹ ਜਿੱਥੇ ਵੀ ਜਾਏਗਾ ਉੱਥੇ ਉਸ ਦਾ ਆਦਰ ਹੋਵੇਗਾ, ਲੋਕ ਉਸ ਅੱਗੇ ਮੱਥਾ ਟੇਕਣਗੇ, ਸਿਰ ਝੁਕਾਉਣਗੇ। ਇਹ ਸਮਝਾਉਣ ਦਾ ਇੱਕ ਤਰੀਕਾ ਹੈ। ਹਰ ਚੇਤ ਅਚੇਤ ਮਨਾ, ਜੋ ਇੱਛੈ ਸੋ ਫਲ ਹੋਈ। ਗੁਰ ਪ੍ਰਸਾਦੀ ਹਰ ਰਸ ਪਾਵੇਂ, ਪੀਵਤ ਰਹੇ ਸਦਾ ਸੁਖ ਹੋਈ। ਰਹਾਉ ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ। ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੈ ਸਾਚ ਬੁਝਾਏ। ਆਖਿਆ ਜਿਹੜਾ ਉਸ ਪਾਰਸ ਹੋਏ ਮਹਾਂਪੁਰਖ ਵਿਅਕਤੀ ਦੀ ਸੇਵਾ ਕਰੇ, ਉਸ ਨੂੰ ਫਲ ਮਿਲੇਗਾ, ਭਾਵ ਉਸ ਦਾ ਜੀਵਨ ਸਵਰ ਜਾਏਗਾ। ਤੇ ਜਿਹਦਾ ਆਪਣਾ ਜੀਵਨ ਸਵਰ ਜਾਏ, ਦੀਖਿਆ ਦੇਵੈ, ਉਹ ਦੂਜਿਆਂ ਨੂੰ ਵੀ ਉਪਦੇਸ਼ ਕਰਦਾ। ਮੈਂ ਇਹਨੂੰ ਹੋਰ ਸਰਲ ਤੇ ਸੌਖਾ ਕਰਕੇ ਦੱਸਦਾ ਵੀ ਜਿਵੇਂ ਕਿਸੇ ਮਰੀਜ਼ ਨੂੰ ਕਿਸੇ ਡਾਕਟਰ ਹਕੀਮ ਵੈਦ ਦੀ ਦਵਾਈ ਨਾਲ ਆਰਾਮ ਆ ਜਾਏ ਤੇ ਉਹ ਮਰੀਜ਼ ਠੀਕ ਹੋ ਕੇ ਫਿਰ ਸਹਿਜ ਸੁਭਾਏ ਦੂਜਿਆਂ ਨੂੰ ਵੀ ਦੱਸਦਾ ਹੈ, ਭਾਈ ਮੈਂ ਤੇ ਫਲਾਣੇ ਡਾਕਟਰ ਤੋਂ ਦਵਾਈ ਲਈ, ਮੈਂ ਤੇ ਫਲਾਣੀ ਦਵਾਈ ਖਾਧੀ। ਸੱਚਮੁੱਚ ਇਸੇ ਤਰ੍ਹਾਂ ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ। ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੈ ਸਾਚ ਬੁਝਾਏ। ਉਹ ਫਿਰ ਦੂਜਿਆਂ ਨੂੰ ਵੀ ਦੀਖਿਆ ਦੇਣ ਦਾ ਮਤਲਬ ਸਿੱਖਿਆ ਦੇਣੀ, ਉਪਦੇਸ਼ ਕਰਨਾ, ਉਹਨਾਂ ਨੂੰ ਵੀ ਸੱਚ ਦੇ ਮਾਰਗ ਤੇ ਤੋਰਦਾ, ਸੱਚੇ ਦੀ ਸੋਝੀ ਦਿੰਦਾ। ਪਰ ਨਾਲ ਹੀ ਤੀਜੇ ਪਦ ਵਿੱਚ ਇੱਕ ਹੋਰ ਗੱਲ ਕਹੀ, ਆਖਿਆ ਬਿਨ ਪਾਰਸੈ ਪੂਜ ਨਾ ਹੋਵਈ। ਪਾਰਸ ਬਣੇ ਤੋਂ ਬਿਨਾਂ ਨਹੀਂ ਪੂਜਾ ਹੁੰਦੀ। ਕਈ ਲੋਕ ਮੈਂ ਦੇਖਿਆ ਰੀਸ ਪਰੀਸੀ, ਹੰਸਾਂ ਨੂੰ ਵੇਖ ਕੇ ਬਗਲੇ ਵੀ ਰੀਸ ਕਰਦੇ। ਹੰਸਾਂ ਦੇਖ ਤਰੰਦਿਆਂ, ਬੱਗਾਂ ਬੇ ਆਇਆ ਚਾਓ। ਡੁੱਬ ਮੋਏ ਬਗ ਬਪੜੇ, ਸਿਰ ਤਲ ਉੱਪਰ ਪਾਉ। ਆਖਿਆ ਕਈਆਂ ਨੂੰ ਰੀਸ ਆ ਜਾਂਦਾ, ਅਸੀਂ ਵੀ ਮੱਥਾ ਟਿਕਾਈਏ, ਅਸੀਂ ਵੀ ਪੂਜਾ ਕਰਾਈਏ। ਪਰ ਗੁਰੂ ਅਮਰਦਾਸ ਜੀ ਕਹਿੰਦੇ ਨੇ ਯਾਦ ਰੱਖੋ, ਵਿਣ ਪਾਰਸੈ ਪੂਜ ਨਾ ਹੋਵਈ। ਆਪਣਾ ਜੀਵਨ ਸਵਾਰੇ ਤੋਂ ਬਿਨਾਂ ਕਿਸੇ ਦੀ ਪੂਜਾ ਨਹੀਂ ਹੁੰਦੀ। ਭਾਵ ਬਹੁਤ ਸਾਰੇ ਲੋਕ ਦੰਭੀ ਪਖੰਡੀ ਦੇਖਾ ਦੇਖੀ ਆਪਣੇ ਆਪ ਨੂੰ ਗੁਰੂ ਹੋਣ ਦਾ ਢੰਡੋਰਾ ਪਿੱਟਦੇ। ਵਿਣ ਪਾਰਸੈ ਪੂਜ ਨਾ ਹੋਵਈ, ਵਿਣ ਮਨ ਪਰਚੈ ਅਵਰਾਂ ਸਮਝਾਏ। ਤੇ ਜਿਹਦਾ ਆਪਣਾ ਮਨ ਨਹੀਂ ਪਰਚਿਆ, ਜਿਹਦੇ ਆਪਣੇ ਮਨ ਦੀ ਤਸੱਲੀ ਨਹੀਂ ਹੋਈ, ਉਹ ਜੇ ਦੂਜਿਆਂ ਨੂੰ ਉਪਦੇਸ਼ ਕਰਨਾ ਸ਼ੁਰੂ ਕਰ ਦੇਵੇ। ਗੁਰੂ ਸਦਾਏ ਅਗਿਆਨੀ ਅੰਧਾ। ਗੁਰੂ ਸਦਾਏ ਲੋਕਾਂ ਕੋਲੋਂ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦੇਵੇ, ਗੁਰੂ ਹੋਣ ਦਾ ਢੰਡੋਰਾ ਪਿੱਟੇ। ਕਈ ਲੋਕ ਦੇਖੇ ਨੇ ਆਪਣੇ ਏਜੰਟਾਂ ਦੇ ਰਾਹੀਂ ਭੋਲੇ ਭਾਲੇ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਨੇ। ਗੁਰੂ ਸਦਾਏ ਅਗਿਆਨੀ ਅੰਧਾ। ਆਪ ਅਗਿਆਨੀ ਹੈ, ਆਪ ਗਿਆਨ ਦੇ ਨੇਤਰਾਂ ਤੋਂ ਹੀਣ ਹੈ, ਪਰ ਆਪਣੇ ਆਪ ਨੂੰ ਗੁਰੂ ਖਵਾਉਂਦਾ। ਕਿਸ ਉਹ ਮਾਰਗ ਪਾਏ, ਉਹ ਕਿਸ ਨੂੰ ਰਸਤਾ ਦੱਸੇਗਾ? ਜਿਹਨੂੰ ਆਪ ਹੀ
ਰਸਤਾ ਨਹੀਂ ਹੁੰਦਾ। ਉਹ ਕਿਸੇ ਨੂੰ ਕੀ ਰਸਤਾ ਦੱਸੇ। ਨਾਨਕ ਬਿਨ ਨਦਰੀ ਕਿਛੂ ਨਾ ਪਾਈ ਹੈ। ਨਾਨਕ ਜੀ ਫਰਮਾਉਂਦੇ ਬਿਨਾਂ ਉਸ ਪਰਮਾਤਮਾ ਦੀ ਕਿਰਪਾ ਤੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਜਿਸ ਨਦਰ ਕਰੇ ਸੋ ਪਾਏ, ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ, ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਏ, ਉਸ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਤੇ ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ। ਇਸ ਤਰ੍ਹਾਂ ਪਰਮੇਸ਼ਵਰ ਆਪ ਗੁਰੂ ਦੇ ਰਾਹੀਂ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ, ਉਹਨਾਂ ਨੂੰ ਵਡਿਆਈ ਬਖਸ਼ਦਾ, ਮਾਣ ਬਖਸ਼ਦਾ। ਉਹ ਫਿਰ ਦੂਜਿਆਂ ਲੋਕਾਂ ਨੂੰ ਵੀ ਪਰਮਾਤਮਾ ਨਾਲ ਜੋੜਦੇ ਹਨ ਤੇ ਆਪਣਾ ਸ਼ਬਦ ਵਰਤਾਏ। ਉਹ ਵਾਹਿਗੁਰੂ ਆਪਣਾ ਸ਼ਬਦ ਸਿਫਤ ਸਲਾਹ ਦਾ, ਕੀਰਤੀ ਦਾ ਸ਼ਬਦ ਵਰਤਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।